ਦੋਸਤੋ ਅਮਰੀਕਾ ਦਾ ਮੀਆਂ ਬੀਵੀ ਦਾ ਵੀਜ਼ਾ ਦੇਣ ਤੋਂ ਪਹਿਲੇ ਵੀਜ਼ਾ ਅਫਸਰ ਕੁਝ ਚੀਜ਼ਾਂ ਤੁਹਾਡੇ ਕੇਸ 'ਚ ਦੇਖਦਾ ਹੈ। ਅਗਰ ਉਹ ਚੀਜ਼ਾਂ ਤੁਹਾਡੇ ਕੇਸ 'ਚ ਮੌਜੂਦ ਹੋਣ ਤੇ ਸਮਝੋ ਫਿਰ ਇਹ ਰੈੱਡ ਫਲੈਗ ਹੈ, ਯਾਨੀ ਕਿ ਇਹ ਸ਼ੱਕ ਦੇ ਜ਼ੁਮਰੇ 'ਚ ਆ ਜਾਂਦਾ ਕਿ ਵੀ ਇਹ ਕੋਈ ਗੜਬੜ ਹੈਗੀ ਹੈ। ਉਹ ਚੀਜ਼ਾਂ ਕੀ ਨੇ ਉਹ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਨਾਲ ਦੱਸਣਾ ਹੈ। ਦੂਸਰਾ ਗੱਲ ਇਹ ਦੱਸਣੀ ਹੈ ਕਿ ਅਗਰ ਉਹ ਚੀਜ਼ਾਂ ਤੁਹਾਡੇ ਕੇਸ 'ਚ ਹੈਗੀਆਂ ਨੇ ਤੇ ਫਿਰ ਕੀ ਹੋਏਗਾ, ਅਗਲਾ ਸਟੈਪ ਕੀ ਕਰੇਗਾ ਉਹ। ਇਹ ਸਾਰੀ ਗੱਲ ਮੈਂ ਦੱਸਾਂਗਾ ਇਸ ਵੀਡੀਓ 'ਚ। ਪਲੀਜ਼ ਚੈਨਲ ਨੂੰ ਫਾਲੋ ਕਰ ਲਓ, ਇਹ ਪੰਜਾਬੀ ਚੈਨਲ ਹੈ। ਔਰ ਨਾਲ ਆਪਣਾ ਤੁਸੀਂ ਕੋਈ ਨਾ ਕੋਈ ਕਮੈਂਟਸ, ਕੋਈ ਸ਼ੇਅਰ, ਕੋਈ ਲਾਈਕ ਪਲੀਜ਼ ਛੱਡ ਦਿਆ ਕਰੋ। ਆਨੇ ਜੀ ਆਪਣੇ ਮੌਜੂ ਵਾਲੇ ਪਾਸੇ। ਪਹਿਲੀ ਗੱਲ ਦੇਖੋ, ਅਗਰ ਤੁਹਾਡਾ ਆਪਣੀ ਬੀਵੀ ਜਾਂ ਸ਼ੋਹਰ ਜੋ ਵੀ ਹੈ ਉਹਦੇ ਨਾਲ ਉਮਰ ਦਾ ਫਰਕ ਹੈ ਤੇ ਇਹ ਰੈੱਡ ਫਲੈਗ ਹੈ ਕਿ ਵੀ ਇਹਨਾਂ ਦੋਵਾਂ ਦਾ ਉਮਰਾਂ ਦਾ ਇੰਨਾ ਵੱਡਾ ਫਰਕ ਹੈ। ਉਹ ਰੈੱਡ ਫਲੈਗ, ਉਹ 5-7 ਸਾਲ ਦੀ ਤਾਂ ਖੈਰ ਹੁੰਦੀ ਹੈ, ਲੇਕਿਨ ਅਗਰ ਜ਼ਿਆਦਾ ਫਰਕ ਹੋਏ ਤੇ ਉਹ ਸ਼ੱਕ ਕਰਦੇ ਨੇ। ਰੈੱਡ ਫਲੈਗ ਦਾ ਮਤਲਬ ਹੁੰਦਾ ਕਿ ਸ਼ੱਕ ਕਰਦੇ ਨੇ। ਔਰ ਉਹਦੇ ਵਾਸਤੇ ਫਿਰ ਉਹ ਕੀ ਕਰਨਗੇ, ਐਕਸਟਰਾ ਵੈਟਿੰਗ ਲਿਜਾਣਗੇ। ਇਹ ਨਾ ਸੋਚਣਾ ਕਿ ਵੀਜ਼ਾ ਰਿਜੈਕਟ ਹੋ ਗਿਆ, ਨਾ 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 ਨਾ। ਐਕਸਟਰਾ ਵੈਟਿੰਗ ਦੇ ਵਿੱਚ ਫਿਰ ਤੁਹਾਡੇ ਕੋਲ ਡਾਕੂਮੈਂਟਸ ਮੰਗਣਗੇ, ਸਬੂਤ ਮੰਗਣਗੇ ਕਿ ਵੀ ਤੁਸੀਂ ਜੈਨੂਅਨ ਹੋ, ਫਰਾਡ ਤੇ ਨਹੀਂ ਕਰ ਰਹੇ, ਕੋਈ ਧੋਖੇ ਵਾਲੀ ਸ਼ਾਦੀ ਤੇ ਨਹੀਂ, ਕੰਪਰੋਮਾਈਜ਼ ਤੇ ਨਹੀਂ। ਇਹ ਤੁਹਾਡੇ ਰੈੱਡ ਫਲੈਗ 'ਚ ਆਏਗਾ ਅਗਰ ਏਜ ਦਾ ਫਰਕ ਹੈ। ਲੇਕਿਨ ਤੁਸੀਂ ਅਗਰ ਜੈਨੂਅਨ ਹੋ, ਕੋਈ ਮਸਲਾ ਨਹੀਂ, ਤੁਹਾਨੂੰ ਵੀਜ਼ਾ ਮਿਲੇਗਾ। ਨੰਬਰ 2, ਤੁਹਾਡਾ ਜਿਹੜਾ ਕਲਚਰ ਡਿਫਰੈਂਸ ਹੈ, ਰਿਲੀਜੀਅਨ ਡਿਫਰੈਂਸ ਹੈ, ਉਹ ਵੀ ਇੱਕ ਮੈਟਰ ਕਰਦਾ ਹੈ ਕਿ ਬਈ ਤੁਸੀਂ ਕਿਸੇ ਹੋਰ ਕਲਚਰ ਦੇ ਹੋ, ਤੁਹਾਡੀ ਬੀਵੀ ਕਿਸੇ ਹੋਰ ਜਾਂ ਸ਼ੋਹਰ ਹੋਰ ਕਰ ਚੱਲਦਾ ਹੈ, ਔਰ ਮਜ਼ਹਬ ਵੀ ਡਿਫਰੈਂਟ ਹੈ, ਇਹ ਵੀ ਰੈੱਡ ਫਲੈਗ ਹੈ। ਲੇਕਿਨ ਉਹਨੂੰ ਵੀ ਤੁਸੀਂ ਸਾਬਤ ਕਰ ਸਕਦੇ ਹੋ। ਪਾਬੰਦੀ ਕੋਈ ਨਹੀਂ, ਕਾਨੂੰਨ ਕੋਈ ਨਹੀਂ ਹੈਗਾ ਕਿ ਜੀ ਤੁਸੀਂ ਦੂਜੇ ਮਜ਼ਹਬ ਨਾਲ ਸ਼ਾਦੀ ਨਹੀਂ ਕਰ ਸਕਦੇ, ਦੂਜੇ ਕਲਚਰ ਨਾਲ ਨਹੀਂ ਕਰ ਸਕਦੇ, ਸਭ ਕੁਝ ਕਰ ਸਕਦੇ ਹੋ। ਲੇਕਿਨ ਸਾਬਤ ਕਰਨਾ ਪਏਗਾ, ਕਿਉਂਕਿ ਇਹ ਸ਼ੱਕ ਦੇ ਜ਼ੁਮਰੇ 'ਚ ਆ ਜਾਂਦਾ ਕਿ ਵੀ ਇਹ ਕਿਸ ਨਾਲ ਹੋਏ, ਇਹ ਕੀ ਚੱਕਰ ਹੋਇਆ, ਕਿਸ ਨਾਲ ਮਿਲ ਗਏ। ਇਹ ਰੈੱਡ ਫਲੈਗ ਹੈ। ਤੀਸਰਾ ਰੈੱਡ ਫਲੈਗ ਇਹ ਵੇ ਕਿ ਤੁਸੀਂ ਇੱਕ ਇਹ ਹੁਣੇ ਹੀ ਮਿਲੇ ਹੋ ਥੋੜ੍ਹੇ ਅਰਸਾ ਪਹਿਲੇ ਹੀ, ਔਰ ਨਾਲ ਹੀ ਤੁਸੀਂ ਸ਼ਾਦੀ ਕਰ ਲਈ। ਇਹ ਵੀ ਰੈੱਡ ਫਲੈਗ ਹੈ ਕਿ ਬਈ ਕੋਈ ਇੱਕ ਦੂਜੇ ਨੂੰ ਸਮਝਿਆ ਨਹੀਂ, ਕੋਈ ਦੇਖਿਆ ਨਹੀਂ, ਕੋਈ ਗੱਲ ਨਹੀਂ ਕੀਤੀ, ਕੋਈ ਮਹੀਨੇ 2 ਮਹੀਨੇ 'ਚ ਤੁਸੀਂ ਸ਼ਾਦੀ ਕਰ ਲਈ, 15 ਦਿਨਾਂ ਸ਼ਾਦੀ ਕਰ ਲਈ। ਜਿਸ ਤਰ੍ਹਾਂ ਵੀ ਤੁਸੀਂ ਮਿਲੇ ਹੋ, ਉਹਨਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ। ਉਹਨਾਂ ਨੂੰ ਸਬੂਤ ਚਾਹੀਦੇ ਨੇ ਕਿ ਜੈਨੂਅਨ ਮਿਲੇ ਹੋ, ਜੈਨੂਅਨ ਸ਼ਾਦੀ ਕੀਤੀ ਹੈ, ਜੈਨੂਅਨ ਸਿਸਟਮ ਹੈ। ਉਹਨਾਂ ਨੇ ਆਪਣਾ ਸ਼ੱਕ ਦੂਰ ਕਰਨਾ, ਉਹਦੇ ਵਾਸਤੇ ਸਾਰੇ ਤੁਹਾਨੂੰ ਸਬੂਤ ਦੇਣੇ ਪੈਣਗੇ। ਅਗਲੀ ਗੱਲ ਜਨਾਬ ਇਹ ਵੇ ਕਿ ਤੁਹਾਡੀ ਲੈਂਗੁਏਜ ਡਿਫਰੈਂਸ ਹੈ, ਤੁਹਾਡੀ ਜ਼ਬਾਨ ਮੁਖਤਲਿਫ ਹੈ। ਤੁਸੀਂ ਕੁਛ ਹੋਰ ਬੋਲਦੇ ਹੋ, ਉਹ ਕੁਛ ਹੋਰ ਬੋਲਦੇ ਨੇ, ਤੁਹਾਡਾ ਪਾਰਟਨਰ, ਤੇ ਉਹ ਵੀ ਰੈੱਡ ਫਲੈਗ ਹੈ। ਵੀ ਆਪਸ 'ਚ ਕਮਿਊਨੀਕੇਸ਼ਨ ਕਿਸ ਨਾਲ ਕਰਨਗੇ, ਇਹ ਕਿਸ ਨਾਲ ਗੱਲ ਕਰਨਗੇ। ਅਗਰ ਦੋਵਾਂ ਦੀ ਇੰਗਲਿਸ਼ ਹੈ ਜਾਂ ਦੋਵਾਂ ਦੀ ਮਤਲਬ ਪੰਜਾਬੀ ਹੈ ਜਾਂ ਦੋਵਾਂ ਦੀ ਹਿੰਦੀ ਜੋ ਵੀ ਹੈ, ਤਾਂ ਫਿਰ ਕੋਈ ਮਸਲਾ ਨਹੀਂ। ਉਹਦੇ ਵਿੱਚ ਫਿਰ ਤੁਹਾਨੂੰ ਜਿਹੜਾ ਨਾ ਉਹ ਮਤਲਬ ਸਬੂਤ ਦੇ ਦਿਓਗੇ ਤੁਸੀਂ, ਠੀਕ ਹੈ ਬਈ। ਅਗਰ ਦੋਵੇਂ ਇਕੱਠੀਆਂ ਨੇ ਫਿਰ ਤਾਂ ਕੋਈ ਸਬੂਤ ਦੇਣ ਦੀ ਜ਼ਰੂਰਤ ਨਹੀਂ, ਔਰ ਨਾ ਹੀ ਉਹ ਰੈੱਡ ਫਲੈਗ ਹੈ। ਲੇਕਿਨ ਅਗਰ ਡਿਫਰੈਂਟ ਨੇ ਤਾਂ ਫਿਰ ਤੁਹਾਨੂੰ ਜ਼ਾਹਰ ਹੈ ਕਿ ਉਹ ਤੁਹਾਡੇ ਕੋਲ ਸਵਾਲ ਕਰਨਗੇ, ਉਹਦਾ ਤੁਹਾਨੂੰ ਜਵਾਬ ਦੇਣਾ ਪਏਗਾ। ਅਗਲਾ ਰੈੱਡ ਫਲੈਗ ਹੈ ਕਿ ਤੁਸੀਂ ਅਗਰ ਅਮਰੀਕਾ 'ਚ ਸ਼ਾਦੀ ਕੀਤੀ ਹੈ ਔਰ ਅਮਰੀਕਾ 'ਚ ਕੇਸ ਅਪਲਾਈ ਕੀਤਾ ਹੈ ਤੇ ਉਹ ਬੜਾ ਵੱਡਾ ਰੈੱਡ ਫਲੈਗ ਹੈ। ਉਹ ਕੀ ਹੈ ਕਿ ਜੇ ਤੁਸੀਂ ਦੋਵੇਂ ਇਕੱਠੇ ਨਹੀਂ ਰਹਿੰਦੇ, ਤੁਹਾਡੇ ਦੋਵਾਂ ਦੇ ਐਡਰੈਸ ਹੀ ਅਲੱਗ-ਅਲੱਗ ਨੇ, ਫਿਰ ਉਹ ਬਹੁਤ ਵੱਡਾ ਰੈੱਡ ਫਲੈਗ ਹੈ। ਅਮਰੀਕਾ ਦੇ ਵਿੱਚ ਇਹ ਕੋਈ ਤਸੱਵਰ ਹੀ ਨਹੀਂ ਹੈਗਾ ਕਿ ਮੀਆਂ ਬੀਵੀ ਜਨਾਬ ਸ਼ਾਦੀ ਕਰਕੇ ਤੇ ਅਲੱਗ-ਅਲੱਗ ਐਡਰੈਸ ਤੇ ਰਹਿ ਰਹੇ ਨੇ। ਉਹ ਫਿਰ ਤੁਹਾਨੂੰ ਜਨਾਬ ਉਹਦੇ ਤੇ ਰਿਫਿਊਜ਼ਲ ਵੀ ਆ ਸਕਦੀ ਹੈ, ਜਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਸਟਰੋਂਗ ਰੀਜ਼ਨ ਦੇਣੀ ਪਏਗੀ, ਬਹੁਤ ਹੀ ਜ਼ਿਆਦਾ। ਇਸ ਵਾਸਤੇ ਕਿ ਇੱਥੇ ਜਦੋਂ ਇੰਟਰਵਿਊ ਹੋਣਾ, ਦੋਵਾਂ ਦਾ ਇਕੱਠੇ ਹੋਣਾ, ਔਰ ਉਹਦੇ ਵਿੱਚ ਤੁਹਾਡੇ ਕੋਲੋਂ ਉਹਨਾਂ ਨੇ ਪੂਰੇ ਘਰ ਦਾ ਨਕਸ਼ਾ ਵੀ ਪੁੱਛ ਸਕਦੇ ਨੇ। ਅਗਰ ਤੁਸੀਂ ਇਕੱਠੇ ਨਹੀਂ ਰਹਿ ਰਹੇ ਹੋਗੇ, ਤੁਹਾਨੂੰ ਪਤਾ ਹੀ ਨਹੀਂ ਹੋਣਾ ਘਰ 'ਚ ਕੀ ਹੋ ਰਿਹਾ, ਕੀ ਸਿਸਟਮ ਹੋ ਰਿਹਾ। ਐਸੀਆਂ ਗੱਲਾਂ ਪੁੱਛਣਗੇ ਜਿਨ੍ਹਾਂ ਦਾ ਮਤਲਬ ਕਿ ਸਿਰਫ ਮੀਆਂ ਬੀਵੀ ਅਗਰ ਇਕੱਠੇ ਰਹਿੰਦੇ ਨੇ ਤਾਂ ਉਹਨਾਂ ਨੂੰ ਪਤਾ ਹੋਏਗਾ, ਹੋਰ ਅਗਰ ਅਲੱਗ-ਅਲੱਗ ਰਹਿੰਦੇ ਨੇ ਦੱਸ ਹੀ ਨਹੀਂ ਸਕਦੇ। ਇਹ ਰੈੱਡ ਫਲੈਗ ਹੈ। ਅਗਰ ਇਹ ਕੰਮ ਤੁਸੀਂ ਕਰ ਰਹੇ ਹੋ, ਇਹ ਵੀ ਪ੍ਰੋਬਲਮ ਬਣ ਸਕਦਾ ਹੈਗਾ। ਅਗਲੀ ਚੀਜ਼ ਹੈਗੀ ਫਾਈਨੈਂਸ਼ੀਅਲ ਮੈਟਰ, ਕਿ ਅਗਰ ਤੁਸੀਂ ਇਕੱਠੇ ਤੁਹਾਡੀ ਸ਼ਾਦੀ ਹੋ ਗਈ, ਸਭ ਕੁਛ, ਤੇ ਤੁਹਾਡਾ ਬੈਂਕ ਅਕਾਊਂਟ ਇਕੱਠਾ ਹੈ, ਤੁਹਾਡਾ ਤੁਸੀਂ ਅਗਰ ਬੈਂਕ ਅਕਾਊਂਟ ਇਕੱਠਾ ਹੈ ਤੇ ਉਹਦੇ ਵਿੱਚ ਟ੍ਰਾਂਜੈਕਸ਼ਨਾਂ ਹੋ ਰਹੀਆਂ ਨੇ ਕਿ ਨਹੀਂ, ਕਿ ਐਂ ਤਾਂ ਨਹੀਂ ਕਿ ਸਿਰਫ ਬੈਂਕ ਅਕਾਊਂਟ ਇਕੱਠਾ ਹੈ ਤੇ ਉਹ 'ਚ ਪੈਸਾ ਕੋਈ ਆ ਹੀ ਨਹੀਂ ਰਿਹਾ, ਕੋਈ ਜਾ ਹੀ ਨਹੀਂ ਰਿਹਾ, ਕੁਛ ਵੀ ਨਹੀਂ ਹੋ ਰਿਹਾ। ਇਹ ਵੀ ਬਹੁਤ ਵੱਡਾ ਰੈੱਡ ਫਲੈਗ ਹੈ। ਤੁਸੀਂ ਟੈਕਸ ਰਿਟਰਨ ਇਕੱਠੀ ਜਮ੍ਹਾਂ ਨਹੀਂ ਕਰਵਾਈ, ਇਹ ਵੀ ਰੈੱਡ ਫਲੈਗ ਹੈ। ਇਹ ਵੀ ਤੁਹਾਨੂੰ ਸਬੂਤ ਦੇਣਾ ਪਏਗਾ ਵੀ ਕਿਉਂ ਜਮ੍ਹਾਂ ਨਹੀਂ ਕਰਵਾਈ, ਕਿਉਂ ਪੈਸੇ ਨਹੀਂ ਆ ਰਹੇ, ਪੂਰਾ ਮਤਲਬ ਸਬੂਤ ਹੈ। ਉਸ ਤੋਂ ਬਾਅਦ ਅਗਲੀ ਗੱਲ ਆ ਗਈ ਜਨਾਬ ਆਲਾ ਕਿ ਤੁਸੀਂ ਸ਼ਾਦੀ ਕਰਨ ਤੋਂ ਬਾਅਦ ਕੀ ਕੀਤਾ, ਕੋਈ ਐਕਟੀਵਿਟੀ ਕੀਤੀ, ਤੁਸੀਂ ਕੋਈ ਹਨੀਮੂਨ ਤੇ ਗਏ, ਕੋਈ ਸੈਰ ਕਰਨ ਗਏ, ਕੋਈ ਖਾਣਾ ਖਾਣ ਗਏ, ਕੋਈ ਤਸਵੀਰਾਂ ਤੁਰਵਾਈਆਂ, ਇਹ ਵੀ ਰੈੱਡ ਫਲੈਗ ਹੈ। ਅਗਰ ਤੁਸੀਂ ਕੁਛ ਵੀ ਨਹੀਂ ਕੀਤਾ, ਇੱਕ ਕੋਰੀ ਸ਼ਾਦੀ ਲੈ ਕੇ ਆ ਗਏ ਹੋ, ਹਾਂਜੀ ਇਹ ਸਾਡੀ 15 ਮਾਰਚ ਨੂੰ ਸ਼ਾਦੀ ਹੋਈ ਹੈ, ਇਹ 20 ਨੂੰ ਅਸੀਂ ਅਪਲਾਈ ਕਰਤਾ ਤੇ ਹੁਣ ਅਸੀਂ ਇੰਟਰਵਿਊ ਤੇ ਆ ਗਏ ਹਾਂ, ਤੇ ਉਹ ਕਹੇਗਾ ਵੀ ਤੁਸੀਂ ਕੋਈ ਹਨੀਮੂਨ, ਕੋਈ ਸੈਰ, ਕੋਈ ਖਾਣਾ ਪੀਣਾ ਕੁਛ ਕਰਨ, ਯਾਨੀ ਕਿ ਇੱਕ ਰੈਗੂਲਰ ਕਪਲ ਵਕਤ ਤੁਸੀਂ ਜ਼ਿੰਦਗੀ ਗੁਜ਼ਾਰ ਰਹੇ ਹੋ ਕਿ ਨਹੀਂ, ਕਿ ਤੁਸੀਂ ਬਸ ਸਿਰਫ ਇੱਕ ਕੰਪਰੋਮਾਈਜ਼ ਹੋ। ਕੰਪਰੋਮਾਈਜ਼ ਉਹਨਾਂ ਨੇ ਫੜਨਾ ਹੈ, ਮੇਨ ਮਕਸਦ ਹੈਗਾ ਕੰਪਰੋਮਾਈਜ਼ ਫੜਨਾ, ਕਿ ਇਹਨਾਂ ਦਾ ਕੋਈ ਮੁਆਹਦਾ ਤੇ ਨਹੀਂ ਹੋਇਆ, ਕੋਈ ਫਰਾਡ ਤੇ ਨਹੀਂ, ਕੋਈ ਧੋਖਾ ਤੇ ਨਹੀਂ। ਜਿਹੜਾ ਰੈਗੂਲਰ ਕਪਲ ਹੋਏਗਾ ਉਹਨੂੰ ਕੋਈ ਮਸਲਾ ਨਹੀਂ, ਉਹ ਤਾਂ ਸਾਰੀਆਂ ਚੀਜ਼ਾਂ ਰੈਗੂਲਰ ਕਰ ਰਿਹਾ ਹੋਏਗਾ। ਲੇਕਿਨ ਜਿਹੜਾ ਕੰਪਰੋਮਾਈਜ਼ ਹੋਏਗਾ ਉਹ 'ਤੇ ਪ੍ਰੋਬਲਮ ਬਣਨ ਦੇ ਚਾਂਸਿਸ ਹੁੰਦੇ ਨੇ। ਇਸ ਵਾਸਤੇ ਇਹ ਸਾਰੀਆਂ ਚੀਜ਼ਾਂ ਨਾਲ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋਏਗਾ। ਅਗਰ ਤੁਸੀਂ ਜੈਨੂਅਨ ਹੋ, ਤੁਹਾਡੀ ਜਾਂਚ ਪੜਤਾਲ ਹੋਏਗੀ, ਐਕਸਟਰਾ ਵੈਟਿੰਗ ਹੋਏਗੀ। ਅਗਰ ਇਹਦੇ 'ਚੋਂ ਕੋਈ ਵੀ ਤੁਸੀਂ ਕਿਸੇ ਵੀ ਸ਼ੱਕ ਦੇ ਵਿੱਚ ਆ ਗਏ, ਕੋਈ ਵੀ ਕੰਮ ਤੁਸੀਂ ਕੀਤਾ ਜਿਹੜਾ ਇਹਨਾਂ 'ਚ ਹੋਇਆ, ਤੇ ਫਿਰ ਵੀਜ਼ਾ ਰਿਫਿਊਜ਼ ਹੋਏਗਾ, ਫਿਰ ਉਹ ਫਰਾਡ ਦੇ ਜ਼ੁਮਰੇ 'ਚ ਆ ਜਾਏਗਾ। ਇਸ ਵਾਸਤੇ ਅਗਰ ਤੁਸੀਂ ਸੱਚੇ ਹੋ, ਤੁਹਾਡੇ ਇਹ ਸਾਰੀਆਂ ਗੱਲਾਂ ਅਗਰ ਤੁਹਾਡੇ 'ਚ ਹੈ ਨੇ, ਲੇਕਿਨ ਹੈ ਤੁਸੀਂ ਜੈਨੂਅਨ ਹੋ, ਏਜ ਦਾ ਵੀ ਫਰਕ ਹੈ, ਜ਼ਬਾਨ ਦਾ ਵੀ ਫਰਕ ਹੈ, ਸਾਰਾ ਬਹੁਤ ਚੀਜ਼ਾਂ ਤੁਹਾਡੀਆਂ ਹੈਗੀਆਂ ਨੇ,
ਸਵਾਏ ਇਕੱਠੇ ਰਹਿਣ ਤੋਂ। ਬਾਕੀ ਚੀਜ਼ਾਂ ਦੇ ਉੱਤੇ ਜਿਹੜਾ ਨਾ ਅਗਰ ਤੁਸੀਂ ਸਬੂਤ ਦੇ ਦਿਓ ਤੇ ਮਸਲਾ ਹੈ। ਅਗਰ ਜੇ ਤੁਸੀਂ ਇਕੱਠੇ ਨਹੀਂ ਰਹਿੰਦੇ, ਤੁਹਾਡਾ ਸਿਸਟਮ ਹੀ ਇਕੱਠਾ ਨਹੀਂ ਹੈਗਾ, ਉਹ ਇੱਕ ਬੜੀ ਵੱਡੀ ਪ੍ਰੋਬਲਮ ਹੈ। ਤੇ ਅਗਰ ਤੁਹਾਡੇ 'ਚ ਚੀਜ਼ਾਂ ਪਾਈਆਂ ਜਾਂਦੀਆਂ ਨੇ ਲੇਕਿਨ ਤੁਹਾਡੇ ਕੋਲ ਸਬੂਤ ਨੇ, ਵਜੂਹਾਤ ਨੇ, ਤੇ ਤੁਹਾਨੂੰ ਵੀਜ਼ਾ ਮਿਲ ਜਾਏਗਾ। ਨਹੀਂ ਤੇ ਫਿਰ ਉਹ ਐਕਸਟਰਾ ਜਾਂਚ ਪੜਤਾਲ ਜਿਹੜੀ ਹੋਣੀ ਹੈ ਉਹਦੇ ਵਿੱਚ ਅਗਰ ਫੜੇ ਗਏ ਵੀਜ਼ਾ ਰਿਫਿਊਜ਼। ਲੇਕਿਨ ਯਾਦ ਰੱਖੋ ਜਿਹੜੀ ਐਕਸਟਰਾ ਜਾਂਚ ਪੜਤਾਲ ਜੈਨੂਇਨ ਕੇਸ ਦੀ ਹੋਣੀ ਹੈ, ਉਹਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਉਹ ਕਰਕੇ ਫਿਰ ਵੀਜ਼ਾ ਦੇ ਦਿੰਦੇ ਨੇ। ਥੈਂਕ ਯੂ ਸੋ ਮਚ। ਚੈਨਲ ਨੂੰ ਫੋਲੋ ਕਰ ਲੈਣਾ।